ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੁਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਹਾਂਜੀ ਦੋਹਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੁਧ ਪਸਰੀਪੁਰ ਗ੍ਰਾਮ ਮਹਿ ਗੁਰ ਆਨੰਦਪੁਰ ਆਏ ਸ਼ਤਰਨ ਕੇ ਚਿੰਤਾ ਬਧੀ ਸਿੱਖਨ ਸੁਨ ਸੁਖ ਪਾਏ। ਸੁਧ ਪਸਰੀਪੁਰ ਗ੍ਰਾਮ ਮਹਿ ਗੁਰ ਆਨੰਦਪੁਰ ਆਏ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਰਸਮਈ ਕੀਰਤਨ ਭਾਈ ਕੁਲਵੰਤ ਸਿੰਘ ਜੀ ਜੋਧਪੁਰੀ ਉਹਨਾਂ ਦੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਕਥਾ ਆਪਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹਾਂ। ਆਓ ਸਾਰੀਆਂ ਸੰਗਤਾਂ ਕਥਾ ਵਿੱਚ ਹੁਣ ਸੁਰਤੀਆਂ ਜੋੜੀਏ
ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਭੰਗਾਣੀ ਦਾ ਜੰਗ ਜਿੱਤ ਕੇ ਆਨੰਦਪੁਰ ਸਾਹਿਬ ਪਹੁੰਚੇ ਹਨ ਜੀ। ਤੁਸੀਂ ਕਥਾ ਸੁਣੀ, ਰਸਤੇ ਵਿੱਚ ਕਿੱਥੇ ਕਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ ਜੀ। ਗੁਰੂ ਜੀ ਦੇ ਆਨੰਦਪੁਰ ਪਹੁੰਚਣ ਦੇ ਉੱਤੇ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਬਹੁਤ ਵੱਡੀ ਖੁਸ਼ੀ ਮਨਾਈ ਜੀ। ਜਿੱਥੇ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ, ਕੁਝ ਸੰਗਤਾਂ ਜਿਹੜੀਆਂ ਬਾਹਰੋਂ ਆ ਕੇ ਬੈਠੀਆਂ ਸਨ, ਮਹਾਰਾਜ ਜੀ ਨੂੰ ਉਡੀਕ ਰਹੀਆਂ ਸਨ ਵੀ ਮਹਾਰਾਜ ਕਦੋਂ ਆਨੰਦਪੁਰ ਸਾਹਿਬ ਵਿੱਚ ਆਉਣਗੇ, ਕਦੋਂ ਸਾਨੂੰ ਦਰਸ਼ਨ ਹੋਣਗੇ, ਉਹਨਾਂ ਸੰਗਤਾਂ ਨੇ ਵੀ ਬੜੀਆਂ ਖੁਸ਼ੀਆਂ ਮਨਾਈਆਂ ਜੀ। ਆਪ ਜੀ ਨੇ ਮਹਾਰਾਜ ਜੀ ਦੀ ਕਥਾ ਸੁਣੀ ਹੈ। ਮਹਾਰਾਜ ਆਨੰਦਪੁਰ ਸਾਹਿਬ ਜਦੋਂ ਆਏ ਹੈ, ਸਭ ਤੋਂ ਪਹਿਲਾਂ ਸੀਸਗੰਜ ਸਾਹਿਬ ਵਾਲੇ ਅਸਥਾਨ ਤੇ ਨਮਸਕਾਰ ਕੀਤੀ ਜੀ। ਫਿਰ ਮਹਾਰਾਜ ਆਪਣੇ ਗ੍ਰਹਿ ਵਿਖੇ ਆਏ, ਆਪਣੇ ਮਾਤਾ ਜੀ ਨੂੰ ਨਮਸਕਾਰ ਕੀਤੀ ਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਾਤਾ ਜੀ ਦਾ ਬਹੁਤਾ ਸਤਿਕਾਰ ਕਰਦੇ ਹਨ ਜੀ। ਆਪਣੇ ਮਾਤਾ ਜੀ ਨੂੰ ਨਮਸਕਾਰ ਕੀਤੀ ਜੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਨ ਸਜਾਇਆ, ਸੰਗਤਾਂ ਨੂੰ ਦਰਸ਼ਨ ਦਿੱਤੇ ਜੀ। ਭਾਈ ਸੰਤੋਖ ਸਿੰਘ ਦੱਸਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਿਹੋ ਜਿਹੇ ਹਨ ਜੀ। ਜਿਹੜੇ ਤੇ ਪਿਆਰ ਵਾਲੇ ਨੇ ਉਹਨਾਂ ਲਈ ਤੇ ਮੁਕਤੀ ਦਾਤੇ ਆ, ਜਿਹੜੇ ਮੂਰਖ ਸ਼ਤਰੂ ਨੇ ਉਹਨਾਂ ਲਈ ਗੁਰੂ ਗੋਬਿੰਦ ਸਿੰਘ ਜੀ ਕਾਲ ਦੇ ਸਮਾਨ ਨੇ, ਮੌਤ ਦੇ ਸਮਾਨ ਨੇ। ਗਿਆਨੀਆਂ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਮਾਤਮਾ ਦਾ ਰੂਪ ਹਨ ਜੀ। ਦਰਸ਼ਨ ਉਹੋ ਹੀ ਨੇ ਜੀ, ਬਸ ਆਪੋ ਆਪਣੇ ਮਨ ਦਾ ਫਰਕ ਹੈਗਾ ਜੀ। ਹਾਂਜੀ, ਗੁਰੂ ਗੋਬਿੰਦ ਸਿੰਘ ਹੋਰ ਨਹੀਂ ਹੈਗੇ ਜੀ, ਗੁਰੂ ਗੋਬਿੰਦ ਸਿੰਘ ਉਹੋ ਹੀ ਨੇ ਜੀ। ਪਰ ਕਿਸੇ ਨੂੰ ਕੁਝ ਰੂਪ 'ਚ ਦਰਸ਼ਨ ਹੋ ਰਹੇ, ਕਿਸੇ ਨੂੰ ਕੁਝ ਰੂਪ 'ਚ ਦਰਸ਼ਨ ਹੋ ਰਹੇ ਜੀ। ਆਮ ਤੌਰ 'ਤੇ ਵਿਦਵਾਨ ਇਹ ਗੱਲ ਸੁਣਾਉਂਦੇ ਆ, ਜਾਂ ਕੀ ਰਹੀ ਭਾਵਨਾ ਜੈਸੀ, ਪ੍ਰਭ ਮੂਰਤ ਦੇਖੀ ਤਿਨ ਤੈਸੀ। ਜਿਹਦੀ ਜਿਹੋ ਜੀ ਭਾਵਨਾ ਹੁੰਦੀ ਆ ਨਾ ਜੀ, ਉਹਨੂੰ ਰੱਬ ਦੇ ਉਹੋ ਜਿਹੇ ਦਰਸ਼ਨ ਹੁੰਦੇ ਆ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਉਹ ਮਹਾਰਾਜ ਨੇ ਸਿੱਖ ਵੇਂਦੇ ਉਹਨਾਂ ਨੂੰ ਚਾਅ ਚੜ ਜਾਂਦਾ ਹੈ, ਉਹ ਮਹਾਰਾਜ ਨੇ ਵੈਰੀ ਵੇਖਦੇ ਆ ਉਹਨਾਂ ਨੂੰ ਕਾਲ ਨਜ਼ਰ ਆਉਂਦਾ ਹੈ ਜੀ। ਸੋ ਆਪ ਜੀ ਨੇ ਇਹ ਕਥਾ ਸਰਵਣ ਕੀਤੀ ਸੀਗੀ। ਹੁਣ ਆਪਾਂ ਅੱਗੋਂ ਮਹਾਰਾਜ ਜੀ ਦੀ ਕਥਾ ਵਿੱਚ ਸੁਰਤੀਆਂ ਜੋੜੀਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੁਧ ਪਸਰੀਪੁਰ ਗ੍ਰਾਮ ਮਹਿ ਗੁਰ ਆਨੰਦਪੁਰ ਆਏ। ਲਾਗੇ ਲਾਗੇ ਪਿੰਡਾਂ ਵਿੱਚ ਖਬਰ ਫੈਲ ਗਈ ਵੀ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਬੜਾ ਵੱਡਾ ਜੰਗ ਕਰਕੇ, ਨਿਰਾ ਜੰਗ ਕਰਕੇ ਨਹੀਂ, ਜੰਗ ਜਿੱਤ ਕੇ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਵਿੱਚ ਆ ਗਏ ਹਨ। ਸ਼ਤਰਨ ਕੇ ਚਿੰਤਾ ਬਧੀ ਸਿੱਖਨ ਸੁਖ ਸੁਖ ਪਾਏ। ਵੈਰੀਆਂ ਦੇ ਤੇ ਚਿੰਤਾ ਵੱਧ ਗਈ ਜੀ। ਉਹ ਤੇ ਦੁਖੀ ਹੋ ਗਏ ਵੀ ਇਹ ਕੀ ਗੱਲ, ਵੀ ਮਹਾਰਾਜ ਵਾਪਸ ਕਿਵੇਂ ਆ ਗਏ ਸੱਚੇ ਪਾਤਸ਼ਾਹ। ਹਾਂਜੀ, ਤੇ ਸਿੱਖ ਬੜੇ ਸੁਖੀ ਹੋਏ ਜੀ। ਸਿੱਖ ਬੜੇ ਸੁਖੀ ਹੋਏ ਵੀ ਸਾਡੇ ਸੱਚੇ ਪਾਤਸ਼ਾਹ, ਸਾਡੇ ਸਤਿਗੁਰੂ ਜੀ, ਸਾਡੇ ਮਾਲਕ ਆਪਣੇ ਨਗਰ ਵਿੱਚ ਆ ਗਏ ਹਨ। ਹਾਂਜੀ। ਸਵਈਆ ਕੀਰਤ ਕੌਬਸ ਤੀਰਤ ਹੈ ਗਨ ਸੈਲਪਤੀ ਸਭ ਜੀਤ ਲਏ। ਹਰ ਪਾਸੇ ਖਬਰ ਫੈਲ ਗਈ ਜੀ। ਖਬਰ ਕੀ ਫੈਲੀ? ਮਹਾਰਾਜ ਦਾ ਜਸ ਫੈਲਿਆ ਜੀ। ਕੀ? ਵੀ ਮਹਾਰਾਜ ਨੇ ਸਾਰੇ ਰਾਜੇ ਦਿੱਤੇ ਨੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਿਉਂ ਜੀ? ਉੱਥੇ ਸਾਰੇ ਰਾਜੇ ਇਕੱਠੇ ਹੋਏ ਸੀਗੇ। ਇਹ ਖਬਰ ਫੈਲੀ ਵੀ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਰੇ ਰਾਜੇ ਜਿੱਤ ਕੇ ਆਏ ਹਨ। ਲੋਕ ਬਸਾਵਤ ਹੈ ਪੁਰ ਆਨੰਦ ਦਾਨ ਕੋ ਦੇਤ ਹੈ ਮਾਨ ਕਾਏ। ਹੁਣ ਮਹਾਰਾਜ ਆਨੰਦਪੁਰ ਸਾਹਿਬ ਵਿੱਚ ਲੋਕ ਵਸਾ ਰਹੇ ਆ। ਜਿਹੜਾ ਭਾਈ ਆਨੰਦਪੁਰ ਸਾਹਿਬ ਵਿੱਚ ਜਾਂਦਾ ਉਹ ਭੁੱਖਾ ਨਹੀਂ ਵਾਪਸ ਆਉਂਦਾ, ਉੱਥੇ ਰਹਿੰਦਾ, ਭੁੱਖਾ ਨਹੀਂ ਰਹਿੰਦਾ। ਮਹਾਰਾਜ ਬੜਾ ਦਾਨ ਦਿੰਦੇ ਆ। ਇਸ ਤਰ੍ਹਾਂ ਨਾ ਮਹਾਰਾਜ ਦੀਆਂ ਸਿਫਤਾਂ ਹੁੰਦੀਆਂ ਨੇ ਸਾਧ ਸੰਗਤ ਜੀ।
ਹਾਂਜੀ। ਜੋ ਗੁਣਵੰਤ ਉਚਾਰਤ ਹੈ ਜਸ, ਬਾਸ਼ਤ ਸੋ ਤਨ ਲੇਤ ਪਏ। ਤੇ ਸਾਧ ਸੰਗਤ ਜੀ, ਜਿਹੜੇ ਗੁਣਵਾਨ ਪੁਰਸ਼ ਸਨ ਉਹ ਮਹਾਰਾਜ ਦਾ ਜਸ ਕਰਦੇ ਤੇ ਉਸ ਜਸ ਦੇ ਬਦਲੇ ਗੁਰਸਿੱਖ ਉਹਨਾਂ ਨੂੰ ਮਾਇਆ ਦਿੰਦੇ ਹੁੰਦੇ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੀ ਕਿਉਂ? ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਵਡਿਆਈ। ਗੁਰੂ ਦੇ ਸਿੱਖ ਦੇ ਸਾਹਮਣੇ ਕੋਈ ਉਹਦੇ ਗੁਰੂ ਦੀ ਸਿਫਤ ਕਰੇ, ਗੁਰੂ ਦੇ ਸਿੱਖ ਨੂੰ ਉਹ ਬੜਾ ਚੰਗਾ ਲੱਗਦਾ ਜੀ। ਗੁਰਸਿੱਖ ਮਹਾਰਾਜ ਜੀ ਦੀ ਵਡਿਆਈ ਸੁਣ ਸੁਣ ਕੇ ਉਹਨਾਂ ਗੁਣੀ ਪੁਰਸ਼ਾਂ ਨੂੰ ਮਾਇਆ ਦਿੰਦੇ ਜੀ। ਹਾਂਜੀ। ਦੂਰ ਤੇ ਆਵਤ ਛੰਦ ਸੁਨਾਵਤ, ਪਾਵਤ ਦਰਬ ਦਰਿਦ੍ਰ ਹਾਏ। ਬੜੀ ਬੜੀ ਦੂਰੋਂ ਆਉਂਦੇ ਸਾਧ ਸੰਗਤ ਜੀ, ਦੂਰੋਂ ਆਉਂਦੇ ਤੇ ਮਹਾਰਾਜ ਜੀ ਦੀ ਸਿਫਤ ਵਿੱਚ ਛੰਦ ਸੁਣਾਉਂਦੇ, ਕਵਿਤਾਵਾਂ ਸੁਣਾਉਂਦੇ ਤੇ ਸੰਗਤਾਂ ਮਾਇਆ ਦਿੰਦੀਆਂ ਜੀ ਉਹਨਾਂ ਨੂੰ ਜੀ। ਹਾਂਜੀ। ਮਹਾਰਾਜ ਜੀ ਦੀਆਂ ਸੰਗਤਾਂ ਉਹਨਾਂ ਦੀਆਂ ਭੁੱਖਾਂ ਦੂਰ ਕਰ ਦਿੰਦੀਆਂ। ਹੁਣ ਵੀ ਸੰਗਤਾਂ ਇੰਝ ਕਰਦੀਆਂ ਜੀ। ਕੋਈ ਵਧੀਆ ਗੁਣਵਾਨ ਪੁਰਸ਼ ਹੋਵੇ, ਸੰਗਤਾਂ ਸਭ ਭੁੱਖਾਂ ਦੂਰ ਕਰ ਦਿੰਦੀਆਂ ਜੀ ਉਹਨਾਂ ਦੀਆਂ। ਹਾਂਜੀ। ਸ਼੍ਰੀ ਪ੍ਰਭ ਨੀਤ ਵਿਚਾਰ ਹਿਰਦੈ ਮਹਿ, ਕੀਨ ਕੇ ਲਾਚਨ ਵਾਵਨ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ, ਨਿਤ ਵਿਚਾਰ ਕਰਦੇ ਆ ਵੀ ਹੁਣ ਆਨੰਦਪੁਰ ਵਿੱਚ ਇੱਕ ਕਿਲਾ ਵੀ ਬਣਵਾਈਏ ਜੀ। ਇਹ ਗੱਲ ਵੱਖਰੀ ਆ ਵੀ ਇੱਕ ਦਾ ਫੁਰਨਾ ਬਣਾ ਕੇ 5 ਬਣ ਜਾਣੇ ਜੀ ਕਿਲੇ ਜੀ ਉੱਥੇ। ਪਰ ਮਹਾਰਾਜ ਜੀ ਫੁਰਨਾ ਬਣਾਉਂਦੇ ਆ ਵੀ ਕਿਲਾ ਬਣਾਈਏ ਇੱਕ ਆਨੰਦਪੁਰ ਸਾਹਿਬ ਵਿੱਚ। ਹਾਂਜੀ। ਮੋਰਚੇ ਬ੍ਰਿੰਦ ਰਖੇ ਹਤ ਬੇਕਾਹੋ, ਆਵਤ ਸ਼ਤਰਨ ਘਾਵਨ ਕੋ। ਇਹ ਫੁਰਨਾ ਬਣਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਲੇ ਦੀ ਆਰੰਭਤਾ ਕੀਤੀ ਜੀ। ਉਸ ਕਿਲੇ ਵਿੱਚ ਮੋਰਚੇ ਵੀ ਰੱਖੇ ਜੀ। ਮੋਰਚੇ ਪਤਾ ਕੀ ਹੁੰਦੇ ਜੀ? ਮੋਰਚਾ ਹੁੰਦਾ ਹੈ ਵੀ ਜਿੱਥੋਂ ਸ਼ਸਤਰ ਚਲਾਉਣਾ ਹੈ ਜੀ। ਹਾਂਜੀ। ਉਹਨੂੰ ਮੋਰਚਾ ਕਹਿੰਦੇ ਆ ਜੀ। ਨਿੱਕੀਆਂ ਨਿੱਕੀਆਂ ਵਿੱਥਾਂ ਹੁੰਦੀਆਂ ਨੇ ਜੀ ਵਿੱਚ, ਉਹਦੇ ਵਿੱਚੋਂ ਸ਼ਸਤਰ ਚਲਾਉਂਦੇ ਵੇਖ ਕੇ। ਵੇਖਦਾ ਸਾਰਾ ਬਾਹਰ ਨੂੰ ਜੀ, ਅੰਦਰ ਦਾ ਕੁਝ ਨਹੀਂ ਵੇਖਦਾ, ਬਾਹਰ ਦਾ ਸਾਰਾ ਵੇਖਦਾ ਜੀ ਮੋਰਚੇ ਵਿੱਚੋਂ ਜੀ। ਉੱਥੇ ਫਿਰ ਖਲੋ ਕੇ ਬੰਦੂਕਾਂ ਚਲਾਉਂਦੇ ਆ, ਗੋਲੀਆਂ ਚਲਾਉਂਦੇ ਆ, ਤੀਰ ਚਲਾਉਂਦੇ ਆ, ਮੋਰਚੇ ਬਣਾਏ ਜਾਂਦੇ ਜੀ। ਇਹ ਆਨੰਦਗੜ੍ਹ ਦਾ ਕਿਲਾ ਮਹਾਰਾਜ ਬਣਵਾ ਰਹੇ ਜੀ। ਆਨੰਦਗੜ੍ਹ ਦਾ ਕਿਲਾ ਜੀ। ਵੇਖੋ, ਪਹਿਲੀ ਜੰਗ ਜਿੱਤੀ ਹੈ ਤੇ ਆ ਕੇ ਮਹਾਰਾਜ ਨੇ ਕਿਲਾ ਬਣਾਉਣਾ ਸ਼ੁਰੂ ਕਰ ਦਿੱਤਾ। ਕਿਉਂ? ਹੁਣ ਪਤਾ ਹੀ ਵੀ ਉਹਨਾਂ ਨੇ ਹਮਲਾ ਕਰਨਾ ਸਾਡੇ ਤੇ ਕਿਲਾ ਹੋਵੇ ਸਾਡੇ ਕੋਲ ਜੀ। ਮਹਾਰਾਜ ਜੀ ਨੇ ਕਿਲਾ ਬਣਾਉਣਾ ਸ਼ੁਰੂ ਕੀਤਾ, ਜਿਹਦੇ ਵਿੱਚ ਮੋਰਚੇ ਕਈ ਰੱਖੇ ਜੀ। ਕਿਲੇ ਵਿੱਚ ਕਈ ਇਹੋ ਜਿਹੀਆਂ ਥਾਵਾਂ ਰੱਖੀਆਂ ਜਿੱਥੋਂ ਸ਼ਸਤਰ ਚਲਾਏ ਜਾ ਸਕਦੇ ਸੀਗੇ ਜੀ। ਹਾਂਜੀ। ਕੋਟ ਮਹਾਦ੍ਰਿੜ ਪਾਹਨ ਕੋ, ਕਰ ਬੀਚ ਭਲੇ ਲਰਵਾਵਨ ਕੋ। ਐ ਵੱਡੇ ਵੱਡੇ ਪੱਥਰਾਂ ਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਵੱਡਾ ਕਿਲਾ ਬਣਵਾਉਣਾ ਸ਼ੁਰੂ ਕੀਤਾ। ਸਿੰਘ ਸੋ ਪੌਰ ਰਚਿਓ ਉੱਚ ਠੌਹਰ। ਸਿੰਘ ਸੋ ਪੌਰ ਰਚਿਓ ਉੱਚ ਠੌਰ ਹੈ, ਚੌਰ ਵਿਸਾਲ ਸੁਹਾਵਨ ਕੋ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਸ ਕਿਲੇ ਦਾ ਦਰਵਾਜ਼ਾ ਸ਼ਾਹੀ ਰੱਖਿਆ ਜੀ। ਬੜਾ ਵੱਡਾ ਦਰਵਾਜ਼ਾ ਰੱਖਿਆ ਜੀ। ਹਾਂਜੀ। ਵੱਡਾ ਦਰਵਾਜ਼ਾ ਰੱਖਿਆ, ਉੱਚਾ ਦਰਵਾਜ਼ਾ ਰੱਖਿਆ, ਚੌੜਾ ਦਰਵਾਜ਼ਾ ਰੱਖਿਆ, ਜਿਹੜਾ ਕਿਲੇ ਦੀ ਸ਼ੋਭਾ ਵਧਾਉਂਦਾ ਸੀਗਾ ਸਾਧ ਸੰਗਤ ਜੀ। ਉਂਝ ਵੈਸੇ ਮੈਂ ਇੱਕ ਬੇਨਤੀ ਕਰਾਂ, ਸਮੇਂ ਦੇ ਨਾਲ ਇਹ ਕਿਲੇ ਢਹਿ ਢੇਰੀ ਹੋ ਗਏ ਸੀਗੇ ਜੀ ਬਾਅਦ ਵਿੱਚ ਜੀ। ਆਨੰਦਗੜ੍ਹ ਦਾ ਕਿਲਾ ਜਿਹੜਾ ਤੁਸੀਂ ਅੱਜ ਵੇਖਦੇ ਹੋ ਨਾ, ਆਨੰਦਪੁਰ ਸਾਹਿਬ ਜਾਂਦੇ ਹੋ ਤੇ ਕਿਲਾ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਹੁੰਦੇ ਜੀ। ਉਹ ਆਨੰਦਗੜ੍ਹ ਸਾਹਿਬ ਦਾ ਕਿਲਾ ਭਲਾ ਕਿਸ ਕਰਕੇ ਬਣਿਆ ਜੀ? ਕਿਵੇਂ ਬਣਿਆ ਜੀ? ਉਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ, ਇੱਥੇ ਸੰਗਤਾਂ ਕਥਾ ਸੁਣਦੀਆਂ ਹੁੰਦੀਆਂ ਸੀਗੀਆਂ ਜੀ। ਉਹ ਸੰਗਤਾਂ ਨੇ ਗਰਾਈ ਕਰਕੇ ਆਨੰਦਗੜ੍ਹ ਦਾ ਕਿਲਾ ਬਣਵਾਇਆ ਸੀਗਾ ਜੀ। ਅੱਜ ਵੀ ਜਦੋਂ ਤੁਸੀਂ ਜਾਓਗੇ ਨਾ ਕਿਲਾ ਆਨੰਦਗੜ੍ਹ ਸਾਹਿਬ ਤੇ ਉੱਪਰ ਵੇਖਿਓ, ਇਹ ਸਾਰੀ ਗੱਲ ਲਿਖੀ ਹੋਈ ਸਾਧ ਸੰਗਤ ਜੀ।
ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਵੱਡਾ ਦਰਵਾਜ਼ਾ ਬਣਵਾਇਆ। ਵੀਰ ਫੇਰੇ ਵੱਡ ਬਾਹਨ ਕਉ ਬਲ ਬਾਹਨ ਬ੍ਰਿੰਦ ਤੁਰੰਗ ਤਬੇਲੇ। ਤੇ ਜਿਹਦੇ ਵਿੱਚ ਯੋਧੇ ਵੀ ਤੁਰੇ ਫਿਰਨ, ਫਿਰ ਮਹਾਰਾਜ ਨੇ ਵਿੱਚ ਤਬੇਲੇ ਬਣਵਾਏ ਹਨ। ਆਯੁਧ ਸੁੰਦਰ ਕਉ ਕਰ ਧਾਰਤ ਪੋਸ਼ਿਸ਼ ਸੁਖਮ ਅੰਗਨ ਮੇਲੇ। ਧੰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੌਂਕ ਹੈ, ਸੱਚੇ ਪਾਤਸ਼ਾਹ ਜੀ ਵਧੀਆ ਸ਼ਸਤਰ ਆਪਣੇ ਹੱਥ ਵਿੱਚ ਰੱਖਦੇ ਜੀ, ਵਧੀਆ ਬਸਤਰ ਤੇ ਵਧੀਆ ਸ਼ਸਤਰ ਸਜਾਉਂਦੇ ਹਨ। ਜ਼ੀਨ ਜ਼ਰੀ ਬਰ ਜ਼ੇਬ ਜਗਾ ਮਗ ਜੋ ਭਟ ਆਏ ਤੋ ਰਾਖ ਸੁਹੇਲੇ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਹਣੀ ਕਲਗੀ ਸਜਾਉਂਦੇ ਆ। ਜਿਹੜਾ ਕੋਈ ਯੋਧਾ ਆਉਂਦਾ ਹੈ ਨਾ, ਸੱਚੇ ਪਾਤਸ਼ਾਹ ਉਹਨੂੰ ਆਪਣੀ ਫੌਜ 'ਚ ਭਰਤੀ ਕਰ ਲੈਂਦੇ ਆ ਜੀ, ਕਿਉਂ ਲੋੜ ਹੈ ਨਾ ਜੀ, ਯੋਧਿਆਂ ਦੀ ਜ਼ਰੂਰਤ ਹੈਗੀ ਹੈ। ਹਾਂਜੀ। ਸੈਨ ਬਿਰਧਾਵਤ ਸੰਗਰ ਪਾਵਤ ਬੋਲਤ ਹੈ ਉਤਸ਼ਾਹਨ ਲੈ ਲੈ। ਸੈਨਾ ਵਧਾ ਰਹੇ ਨੇ, ਯੋਧੇ ਰੱਖ ਰਹੇ ਆ, ਕਿਲੇ ਬਣਵਾ ਰਹੇ ਆ, ਤਬੇਲੇ ਬਣਵਾ ਰਹੇ ਆ, ਘੋੜੇ ਲੈ ਰਹੇ ਆ। ਕਿਉਂ? ਮਹਾਰਾਜ ਨੂੰ ਪਤਾ ਅਜੇ ਤਾਂ ਪਹਿਲੀ ਜੰਗ ਹੀ ਜਿੱਤੀ ਆ, 13 ਹੋਰ ਪਈਆਂ ਨੇ, 14 ਲੜਦੀਆਂ ਨੇ। ਸੋ ਮਹਾਰਾਜ ਹਰ ਰੋਜ਼ ਤਿਆਰੀ ਕਰਦੇ ਹਨ। ਕਬਿਤ ਗੁਰੂ ਕੇ ਸ਼ਰਨ ਭਇਓ ਦਾਰਦ ਹਰਨ ਬ੍ਰਿੰਦ ਤਾਰਨ ਤਰਨ ਜਿਨ ਕੇ ਨਾ ਸਮ ਆਨ ਕੋ। ਹੁਣ ਭਾਈ ਸੰਤੋਖ ਸਿੰਘ ਜੀ ਅੱਗੋਂ ਮਹਾਰਾਜ ਬਾਜਾਂ ਵਾਲੇ ਸਤਿਗੁਰਾਂ ਦੀ ਸਿਫਤ ਲਿਖਦੇ, ਕਹਿੰਦੇ ਗੁਰੂ ਕੇ ਸ਼ਰਨ ਭਇਓ ਦਾਰਦ ਹਰਨ ਬ੍ਰਿੰਦ ਤਾਰਨ ਤਰਨ ਜਿਨ ਕੇ ਨਾ ਸਮ ਆਨ ਕੋ। ਧੰਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਰੀਬਾਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਵਾਲੇ ਨੇ। ਜਿਨ੍ਹਾਂ ਨੂੰ ਲੋਕ ਮਾੜਾ ਕਹਿੰਦੇ ਸੀ ਨਾ ਜੀ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਰਾਜੇ ਬਣਾਇਆ ਜੀ। ਕਹਿੰਦੇ ਗਰੀਬਾਂ ਦੀ ਗਰੀਬੀ ਦੂਰ ਕਰਨ ਵਾਸਤੇ ਆਏ ਮਹਾਰਾਜ। ਜਿਹੜੇ ਮਹਾਰਾਜ ਦੀ ਸ਼ਰਨ 'ਚ ਆ ਗਏ ਨਾ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਚਰਨ ਜਹਾਜ਼ ਵਰਗੇ ਨੇ। ਜਿਵੇਂ ਕੋਈ ਸਮੁੰਦਰੀ ਜਹਾਜ਼ 'ਚ ਬੈਠੇ ਤੇ ਦੂਜੇ ਬੰਨੇ ਕਿਨਾਰੇ ਲੱਗ ਜਾਂਦਾ, ਇਸੇ ਤਰ੍ਹਾਂ ਭਾਈ ਜਿਹੜਾ ਬਾਜਾਂ ਵਾਲੇ ਦੇ ਚਰਨਾਂ ਵਿੱਚ ਬਹਿ ਜਾਂਦਾ, ਫਿਰ ਉਹ ਵੀ ਕਿਨਾਰੇ ਲੱਗ ਜਾਂਦਾ ਜੀ। ਕਿਹੜੇ ਕਿਨਾਰੇ ਲੱਗਦਾ ਜੀ? ਸਾਧ ਸੰਗਤ ਜੀ, ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਅੱਗੇ ਲਿਖਦੇ, ਕਹਿੰਦੇ ਜਿਨ ਕੇ ਨਾ ਸਮ ਆਨ ਕੋ। ਸਿੱਖੋ ਇੱਕ ਗੱਲ ਚੇਤਾ ਰੱਖਿਓ, ਗੁਰੂ ਗੋਬਿੰਦ ਸਿੰਘ ਜੀ ਵਰਗਾ ਸਮਰੱਥ ਹੋਰ ਕੋਈ ਨਹੀਂ ਹੈਗਾ। ਕਿਤੇ ਨਾ ਸਮਝ ਲਿਓ ਕਿ ਫਲਾਣਾ ਸਾਡੇ ਗੁਰੂ ਜੀ ਦੀ ਬਰਾਬਰੀ ਕਰ ਲੇਗਾ। ਨਹੀਂ ਨਹੀਂ, ਭਾਈ ਸੰਤੋਖ ਸਿੰਘ ਕਹਿੰਦੇ ਗੁਰੂ ਸਾਹਿਬ ਦੇ ਵਰਗਾ ਹੋਰ ਕੋਈ ਨਹੀਂ ਹੈਗਾ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਭਵ ਸਾਗਰ ਤੋਂ ਤਾਰਨ ਵਾਲੇ ਨੇ। ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਹੋਰ ਨਹੀਂ ਹੈ। ਸੁਨ ਸੁਨ ਬਾਣੀਏ ਬਨਜ ਕੇ ਕਰਨ ਹਿਤ, ਵਖਰ ਮਹਾਨ ਧਨ ਪਾਵਤ ਦੁਕਾਨ ਕੋ। ਸੁਣ ਸੁਣ ਕੇ ਬਾਣੀਏ ਆਉਂਦੇ ਆ ਆਨੰਦਪੁਰ ਸਾਹਿਬ। ਉਹਨਾਂ ਨੂੰ ਪਤਾ ਲੱਗਦਾ ਹੈ ਵੀ ਆਨੰਦਪੁਰ ਸਾਹਿਬ ਦੁਕਾਨਾਂ ਪਾਈਏ ਫਾਇਦਾ ਹੋਏਗਾ। ਸੋ ਬਾਣੀਏ ਆਉਂਦੇ ਆ, ਵਪਾਰ ਕਰਨ ਵਾਸਤੇ ਆਉਂਦੇ ਹਨ। ਕਹਿੰਦੇ ਉਹਨਾਂ ਵਰਗਾ ਕੋਈ ਹੋਰ ਨਹੀਂ ਹੈ। ਵਾਹਿਗੁਰੂ ਉਹ ਕਹਿੰਦੇ ਇਹੋ ਜਿਹੀ ਧਰਤੀ ਵਰਗੀ ਹੋਰ ਧਰਤੀ ਕੋਈ ਨਹੀਂ ਹੈ। ਭਾਈ ਇੱਥੇ ਦੁਕਾਨਾਂ ਪਾਈਏ, ਫਿਰ ਆ ਕੇ ਦੁਕਾਨਾਂ ਪਾਉਂਦੇ ਹਨ। ਸਿੱਖ ਸਮੁਦਾਇ ਬਸੇ ਲਾਭ ਕਉ ਵਿਸਾਲ ਜਾਨ,
ਦਰਸ਼ਨ ਪ੍ਰਭ ਅਰ ਜੀਵਾ ਗੁਜ਼ਰਾਨ ਕੋ। ਸਿੱਖ ਇੱਥੇ ਆ ਕੇ ਆਨੰਦਪੁਰ ਸਾਹਿਬ ਵਸਣ ਲੱਗੇ, ਪਤਾ ਕਿਉਂ? ਉਹ ਕਹਿੰਦੇ ਇੱਕ ਤਾਂ ਕਮਾਈ ਹੈਗੀ ਹੈ, ਇੱਕ ਤੇ ਵਪਾਰ ਆਨੰਦਪੁਰ ਸਾਹਿਬ, ਦੂਜਾ ਵਪਾਰ ਤੋਂ ਵੀ ਉੱਤੇ ਬਾਜਾਂ ਵਾਲੇ ਦੇ ਦਰਸ਼ਨ ਹੈਗੇ ਨੇ, ਉਹ ਬੜੇ ਵੱਡੇ ਨੇ। ਇਹ ਫੁਰਨਾ ਬਣਾ ਕੇ ਸਿੱਖ ਆਨੰਦਪੁਰ ਸਾਹਿਬ ਰਹਿਣ ਲੱਗ ਪਏ। ਧਰੈ ਮਨ ਕਾਮਨਾ ਕੋ ਧਾਮਨ ਬਨਾਏ, ਤੁਮ ਦੁਖ ਕੀ ਨਾ ਗਮ ਭਏ ਮਹਾ ਸੁਖਵਾਨ ਕੋ। ਕਹਿੰਦੇ ਧਰੈ ਮਨ ਕਾਮਨਾ ਕੋ ਧਾਮਨ ਬਨਾਏ, ਮਨ ਦੀ ਕਾਮਨਾ ਰੱਖ ਕੇ ਫਿਰ ਉਹਨਾਂ ਘਰ ਬਣਾਏ ਜੀ ਉੱਥੇ ਜੀ, ਵੀ ਮਾਇਆ ਦੇ ਵੀ ਗੱਫੇ ਨੇ ਤੇ ਸਤਿਗੁਰਾਂ ਦੇ ਦਰਸ਼ਨ ਵੀ ਨੇ। ਤਮ ਦੁੱਖ ਕੀ ਨਾ ਗਮ ਭਏ ਮਹਾ ਸੁਖਵਾਨ ਕੋ। ਤੇ ਫਿਰ ਇੱਥੇ ਦੁੱਖ ਨਹੀਂ ਹੈਗੇ, ਇੱਥੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਸੁੱਖ ਹੀ ਮਿਲਦੇ ਆ। ਹਾਂਜੀ। ਆਈ ਨਵੋ ਨਿਧ ਸਭ ਕਾਰਜ ਕੋ ਕਰੈ ਸਿੱਧ, ਰਿੱਧ ਭਈ ਘਰ ਘਰ ਕਮੀ ਹੈ ਨਾ ਕਾਹੇ ਕੀ। ਕਹਿਣ ਲੱਗੇ ਜਿਨ੍ਹਾਂ ਨੇ ਵੀ ਆਨੰਦਪੁਰ ਸਾਹਿਬ ਵਿੱਚ ਆ ਕੇ ਘਰ ਬਣਾਏ ਨਾ, ਫਿਰ 9 ਨਿਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ ਜੀ। ਆਈ ਨਵ ਨਿਧ ਸਭ ਕਾਰਜ ਕੋ ਕਰਹਿ ਸਿੱਧ। ਮਾਇਆ ਆਉਣ ਲੱਗ ਪਈ ਜੀ, ਮਾਇਆ ਹੀ ਸਾਰੇ ਕੰਮ ਸਿੱਧ ਕਰਦੀ ਹੈ, ਇਹਦੇ ਨਾਲ ਹੀ ਕੰਮ ਸਿੱਧ ਹੁੰਦੇ ਆ। ਕਹਿੰਦੇ ਫਿਰ ਕਾਰਜ ਸਿੱਧ ਹੋਣੇ ਸ਼ੁਰੂ ਹੋ ਗਏ, ਘਰਾਂ ਘਰਾਂ ਵਿੱਚ ਰਿੱਧੀਆਂ ਆ ਗਈਆਂ। ਆਨੰਦਪੁਰ ਸਾਹਿਬ ਦੇ ਵਾਸੀ ਜਿਹੜੇ ਬਣੇ, ਉਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਿਹਾ। ਸਾਧ ਸੰਗਤ ਜੀ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮਹਾਂਪੁਰਖ, ਉਹ ਮਹਾਂਪੁਰਖ ਆਮ ਤੌਰ ਤੇ ਸਿੰਘਾਂ ਨੂੰ ਇਹ ਗੱਲ ਕਹਿੰਦੇ ਸੀ, ਸਿੰਘੋ ਆਨੰਦਪੁਰ ਵਿੱਚ ਆਪਣਾ ਘਰ ਬਣਾਓ ਕਹਿਣ ਲੱਗੇ, ਆਨੰਦਪੁਰ ਸਾਹਿਬ 'ਚ ਜਗ੍ਹਾ ਲਓ ਕਹਿਣ ਲੱਗੇ, ਜ਼ਰੂਰ ਘਰ ਬਣਾਓ। ਬੜੇ ਸਿੰਘਾਂ ਨੇ ਉਹਨਾਂ ਦਾ ਬਚਨ ਮੰਨ ਕੇ ਆਨੰਦਪੁਰ ਸਾਹਿਬ ਵਿੱਚ ਜਗ੍ਹਾ ਲਈ। ਸਾਧ ਸੰਗਤ ਜੀ, ਆਪਣੇ ਘਰ ਬਣਾ ਰੱਖੇ ਜੀ। ਉਹ ਕਹਿੰਦੇ ਸੀ ਜਦੋਂ ਮਾੜਾ ਸਮਾਂ ਆਇਆ ਨਾ, ਇੱਕ ਆਨੰਦਪੁਰ ਹੀ ਹੈ ਵਸਣਾ, ਬਾਕੀ ਥਾਵਾਂ ਦਾ ਨਹੀਂ ਪਤਾ ਹੈਗਾ ਜੀ। ਸੋ ਕਹਿੰਦੇ ਆਨੰਦਪੁਰ ਸਾਹਿਬ ਵਿੱਚ ਤਾਂ ਕਮੀ ਨਹੀਂ ਹੈਗੀ, ਜਿਨ੍ਹਾਂ ਨੇ ਘਰ ਬਣਾਏ ਜੀ। ਹਾਂਜੀ। ਬਸੈ ਬੁੱਧ ਮਾਨ ਗੁਣ ਸੰਗ੍ਰਹਿ ਕੀ ਚਾਹ ਜਾਨ, ਸੁਨ ਸੁਨ ਕਾਨ ਆਨ ਆਨ ਥਿਤ ਤਾਹੇ ਕੀ। ਬੁੱਧੀਮਾਨ ਲੋਕ, ਬੜੇ ਬੜੇ ਸਿਆਣੇ ਲੋਕ ਆਨੰਦਪੁਰ ਸਾਹਿਬ ਵਿੱਚ ਆ ਕੇ ਰਹਿਣ ਲੱਗ ਪਏ। ਤੇ ਸਾਧ ਸੰਗਤ ਜੀ, ਜਦੋਂ ਉਹ ਬਾਜਾਂ ਵਾਲੇ ਸਤਿਗੁਰਾਂ ਦੇ ਦਰਸ਼ਨ ਕਰਦੇ ਨਾ, ਤੇ ਬਹੁਤ ਸਾਰੇ ਗੁਣ ਉਹਨਾਂ ਦੇ ਹਿਰਦੇ ਵਿੱਚ ਆ ਕੇ ਟਿਕਣ ਲੱਗ ਪਏ ਜੀ। ਚੇਤਾ ਰੱਖਿਓ, ਗੁਣ ਕਿਤੇ ਐਵੇਂ ਨਹੀਂ ਤੇ ਬੰਦੇ ਦੇ ਹਿਰਦੇ ਅੰਦਰ ਟਿਕਦੇ ਜੀ। ਜਿਹੜੇ ਗੁਣ ਹੈ ਨਾ ਜੀ, ਐਵੇਂ ਨਹੀਂ ਟਿਕਦੇ, ਇਹ ਰੱਬ ਦੀ ਮਿਹਰ ਹੋਵੇ ਫਿਰ ਗੁਣ ਬੰਦੇ ਦੇ ਅੰਦਰ ਆਪੇ ਆ ਕੇ ਟਿਕਣੇ ਸ਼ੁਰੂ ਹੋ ਜਾਂਦੇ ਜੀ। ਹਾਂਜੀ। ਤੇ ਲੋਕ ਬੁੱਧੀਮਾਨ ਸਿਆਣੇ ਲੋਕ ਆਨੰਦਪੁਰ ਸਾਹਿਬ ਵਿੱਚ ਰਹਿੰਦੇ, ਤੇ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰਕੇ ਹੀ ਨਾ ਉਹਨਾਂ ਵਿੱਚ ਗੁਣ ਟਿਕਣ ਲੱਗ ਪੈਂਦੇ ਜੀ। ਇਸ ਗੱਲ ਨੂੰ ਮੈਂ ਥੋੜ੍ਹਾ ਜਿਹਾ ਖੋਲ ਦਿੰਦਾ। ਆਖੋ ਸ਼੍ਰੀ ਵਾਹਿਗੁਰੂ ਵਾਹਿਗੁਰੂ। ਕਿਸੇ ਉੱਤੇ ਦਇਆ ਕਰਨੀ, ਕਿਸੇ ਉੱਤੇ ਤਰਸ ਕਰਨਾ, ਇਹ ਚੰਗਾ ਗੁਣ ਹੈਗਾ ਜੀ। ਸੱਚ ਬੋਲਣਾ, ਇਹ ਚੰਗਾ ਗੁਣ ਹੈਗਾ ਜੀ। ਵਿਕਾਰਾਂ ਤੋਂ ਬਚਣਾ, ਇਹ ਚੰਗਾ ਗੁਣ ਹੈਗਾ ਜੀ। ਮਹਾਰਾਜ ਦੇ ਦਰਸ਼ਨ ਕਰਕੇ ਨਾ ਜੀ ਦੁਨੀਆ ਅੰਦਰ ਗੁਣ ਟਿਕਣ ਲੱਗ ਪਏ ਸੀਗੇ। ਲੋਕਾਂ ਦਾ ਜੀ ਨਹੀਂ ਸੀ ਕਰਦਾ ਹੁੰਦਾ ਵੀ ਝੂਠ ਬੋਲੀਏ। ਇਹੋ ਜਿਹੇ ਦਰਸ਼ਨ ਸਨ ਮਹਾਰਾਜ ਦੇ। ਮਹਾਰਾਜ ਦੇ ਦਰਸ਼ਨ ਕਰਕੇ ਦਇਆ ਵਾਲਾ ਗੁਣ ਆਪੇ ਹੀ ਹਿਰਦੇ 'ਚ ਟਿਕ ਜਾਂਦਾ ਸੀਗਾ ਜੀ। ਤਰਸ ਵਾਲਾ ਗੁਣ ਆਪੇ ਹਿਰਦੇ ਤੇ ਵਿੱਚ ਟਿਕ ਜਾਂਦਾ। ਤੇ ਮਹਾਰਾਜ ਦੇ ਦਰਸ਼ਨ ਕਰਕੇ ਬੰਦਿਆਂ ਦੇ ਸੁਭਾਅ ਦੇਵਤਿਆਂ ਵਾਲੇ ਸੁਭਾਅ ਬਣਨ ਲੱਗ ਪੈਂਦੇ ਸੀਗੇ ਜੀ। ਜਿਹੜਾ ਬੰਦਾ ਨਾਮ ਜਪਦਾ, ਭਲਾ ਕਰਦਾ ਨਾ ਜੀ,
ਲੋਕ ਕਹਿੰਦੇ ਇਹ ਤੇ ਦੇਵਤਾ ਸੀਗਾ, ਇਦਾਂ ਹੀ ਕਹਿੰਦੇ ਆ ਨਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੀ ਇਹ ਤੇ ਦੇਵਤਾ, ਦੇਵਤਾ, ਇਹਦੇ ਵਰਗਾ ਤੇ ਬੰਦਾ ਹੀ ਨਹੀਂ ਹੈਗਾ। ਹਾਂਜੀ। ਤੇ ਗੁਰੂ ਸਾਹਿਬ ਕੀ ਕਰਦੇ ਜੀ? ਜਿਨ ਮਾਨਸ ਤੇ ਦੇਵਤੇ ਕੀ, ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹਾਂਜੀ, ਦੇਵਤਾ ਬਣਾ ਦਿੰਦੇ ਜੀ ਮਹਾਰਾਜ ਸੱਚੇ ਪਾਤਸ਼ਾਹ। ਦੇਵਤਿਆਂ ਵਾਲੇ ਗੁਣ ਬੰਦੇ ਦੇ ਅੰਦਰ ਆਉਣ ਲੱਗ ਪੈਂਦੇ ਜੀ। ਹਾਂਜੀ, ਦੇਵਤੇ ਜਿਹੜੇ ਨਾ ਜੀ, ਦੇਵਤੇ ਕੀ ਹੈ? ਦੇਵਤਾ ਸ਼ਬਦ ਹੁੰਦਾ ਦੇਵ, ਦੇਵ ਦਾ ਅਰਥ ਹੈ ਪ੍ਰਕਾਸ਼। ਜਿਨ੍ਹਾਂ ਦੇ ਅੰਦਰ ਨਾਮ ਦਾ, ਜਿਨ੍ਹਾਂ ਦੇ ਅੰਦਰ ਸ਼ੁਭ ਗੁਣਾਂ ਦਾ ਪ੍ਰਕਾਸ਼ ਹੋਵੇ, ਚਾਨਣਾ ਹੋਵੇ ਜੀ। ਜਿਹੜਾ ਬੰਦਾ ਸਦਾ ਕਿਸੇ ਨਾਲ ਭਲਾ ਬੋਲਦਾ ਹੋਵੇ, ਸੱਚ ਬੋਲਦਾ ਹੋਵੇ, ਦੁਨੀਆ ਦਾ ਭਲਾ ਕਰਦਾ ਹੋਵੇ, ਲੋਕ ਕਹਿੰਦੇ ਦੇਵਤਾ ਹੈਗਾ, ਦੇਵਤਾ। ਹਾਂਜੀ, ਕਹਿੰਦੇ ਬਸੈ ਬੁੱਧ ਮਾਨ ਗੁਣ ਸੰਗ੍ਰਹਿ ਕੀ ਚਾਹ ਜਾਨ। ਸਿਆਣੇ ਲੋਕ ਇਸ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਅਨੰਦਪੁਰ ਸਾਹਿਬ 'ਚ ਰਹਿਣ ਲੱਗ ਪਏ ਵੀ ਸਾਡੇ ਅੰਦਰ ਚੰਗੇ ਗੁਣ ਟਿਕਣ ਲੱਗ ਪੈਣਗੇ। ਜਦੋਂ ਚੰਗੇ ਗੁਣ ਆ ਜਾਣ ਨਾ ਜੀ ਬੰਦੇ ਦੇ ਅੰਦਰ, ਫਿਰ ਬੰਦਾ ਸਾਧ ਸੰਗਤ ਜੀ ਸੁਖੀ ਹੋ ਜਾਂਦਾ ਜੀ। ਚੰਗੇ ਗੁਣ ਆ ਜਾਣ, ਬੰਦਾ ਭਲੇ ਸੁਭਾਅ ਦਾ ਹੋ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਤੇ ਮੈਂ ਆਪਣੇ ਪਿਤਾ ਜੀ ਬਾਰੇ ਦੱਸਦਾ ਜੀ। ਮੇਰੀ ਜ਼ਿੰਦਗੀ ਜਿੰਨੀ ਕੁ ਹੈਗੀ ਨਾ ਜੀ, ਮੈਂ ਨਹੀਂ ਵੇਖਿਆ ਵੀ ਮੇਰੇ ਪਿਤਾ ਜੀ ਨੇ ਕਦੀ ਕਿਸੇ ਨੂੰ ਮਾੜਾ ਬੋਲਿਆ ਹੋਵੇ ਜੀ। ਇੱਕ ਹੁੰਦਾ ਨਾ ਝੂਠੀ ਤਾਰੀਫ ਕਰਨੀ, ਝੂਠੀ ਨਹੀਂ ਜੀ, ਵੇਖਿਆ ਹੀ ਨਹੀਂ ਜੀ ਅਸੀਂ ਵੀ ਕਦੀ ਕਿਸੇ ਨੂੰ ਮਾੜਾ ਬੋਲਿਆ ਹੋਵੇ ਜੀ। ਬਿਲਕੁਲ ਸਵਾਲ ਨਹੀਂ ਪੈਦਾ ਹੁੰਦਾ ਜੀ। ਮਾੜਾ ਨਹੀਂ ਬੋਲਣਾ ਤੇ ਦਇਆ ਕਰਨੀ ਜੀ, ਭਲਾ ਕਰਨਾ ਜੀ ਦੂਜਿਆਂ ਦਾ। ਹੋਟਲ ਦਾ ਕੰਮ, ਢਾਬੇ ਦਾ ਕੰਮ, ਤੇ ਸਾਧ ਸੰਗਤ ਜੀ ਆਮ ਦੁਕਾਨਦਾਰ ਜਿਹੜਾ ਬੰਦਾ ਨਾ ਜੀ, ਉਹ ਇਹ ਕਹੇਗਾ ਵੀ ਮੈਂ ਪਹਿਲਾਂ ਬੋਹਣੀ ਕਰਾਂ, ਫਿਰ ਕਿਸੇ ਦੂਜੇ ਨੂੰ, ਮੁਫਤ ਵਾਲੇ ਨੂੰ ਫਿਰ ਚੀਜ਼ ਦੇਵਾਂਗਾ, ਪਹਿਲਾਂ ਮੈਂ ਬੋਹਣੀ ਕਰਾਂ। ਸੁਭਾਅ ਹੁੰਦਾ ਜੀ ਹਰ ਇੱਕ ਦਾ। ਪਰ ਮੈਂ ਜੋ ਵੇਖਿਆ ਉਹ ਦੱਸਦਾ, ਉਹਨਾਂ ਪਹਿਲਾਂ ਕਿਸੇ ਮੁਫਤ ਵਾਲੇ ਨੂੰ ਪ੍ਰਸ਼ਾਦਾ ਛਕਾਉਣਾ ਤੇ ਫਿਰ ਗਾਹਕਾਂ ਨੂੰ ਸ਼ੁਰੂ ਕਰਨਾ ਜੀ। ਪਹਿਲਾਂ ਜਿੰਨੇ ਮੁਫਤ ਛਕਣਾ ਉਹਨੂੰ ਛਕਾਉਣਾ ਜੀ। ਹੈਗੇ ਸੀਗੇ ਬੰਦੇ ਜੀ ਜਿਹੜੇ ਮੁਫਤ ਵਾਲੇ ਸੀਗੇ ਜੀ। ਹਾਂਜੀ, ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਫਿਰ ਉਹਨਾਂ ਨੇ ਸਾਧ ਸੰਗਤ ਜੀ ਗਾਹਕਾਂ ਨੂੰ ਵੰਡਣਾ ਸ਼ੁਰੂ ਕਰਨਾ ਜੀ। ਤੇ ਲੋਕ ਅੱਜ ਕਹਿੰਦੇ ਸੀਗੇ ਵੀ ਇਹ ਤੇ ਬੰਦਾ ਨਹੀਂ, ਇਹ ਦੇਵਤਾ ਸੀਗਾ ਜੀ। ਦੇਵਤਾ ਕੌਣ ਹੈ ਜੀ? ਜਿਹਦੇ ਵਿੱਚ ਗੁਣ ਟਿਕ ਗਏ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਜਿਹਦੇ ਅੰਦਰ ਗੁਣ ਟਿਕ ਗਏ ਉਹ ਦੇਵਤਾ ਜੀ। ਹਾਂਜੀ, ਉਹਦਾ ਸੁਭਾਅ ਦੇਵਤਿਆਂ ਵਾਲਾ। ਸਾਧ ਕਰਮ ਜੋ ਪੁਰਖ ਕਮਾਵੈ, ਬਾਜਾਂ ਵਾਲੇ ਲਿਖਦੇ ਜੀ। ਸਾਧ ਕਰਮ ਜੋ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਲੋਕ ਕਹਿੰਦੇ ਬੰਦਾ ਨਹੀਂ ਇਹ ਦੇਵਤਾ ਹੈਗਾ ਜਿਹੜਾ ਚੰਗੇ ਕੰਮ ਕਰੇ ਜੀ। ਕਰਮਾਂ ਦੀ ਗੱਲ ਹੈ ਸਾਰੀ ਜੀ। ਇਸ ਕਰਕੇ ਸਾਧ ਸੰਗਤ ਜੀ, ਹਜ਼ੂਰ ਗਰੀਬ ਨਵਾਜ ਮਹਾਰਾਜ ਦੇ ਚਰਨਾਂ 'ਚ ਸਿੱਖ ਰਹਿੰਦੇ ਇਸ ਕਰਕੇ ਹੈ ਵੀ ਸਾਡੇ ਅੰਦਰ ਗੁਣ ਆ ਜਾਣ। ਸੁਨ ਸੁਨ ਕਾਨ ਆਨ ਆਨ ਥਿਤ ਤਾਹੀ ਕੇ। ਦੂਰੋਂ ਦੂਰੋਂ ਸੁਣਦੇ ਆ ਭਾਈ, ਆਨੰਦਪੁਰ ਵਿੱਚ ਬੜਾ ਸੁੱਖ 'ਚ ਸੁਣ ਸੁਣ ਕੇ ਹੀ ਨਾ ਜੀ, ਇੱਕ ਦੂਜੇ ਤੋਂ ਸੁਣ ਸੁਣ ਕੇ ਤੇ ਫਿਰ ਆਨੰਦਪੁਰ ਸਾਹਿਬ ਵਿੱਚ ਆ ਕੇ ਟਿਕ ਜਾਂਦੇ ਲੋਕ ਜੀ। ਹਾਂਜੀ,
ਨਏ ਨਿਤ ਮੰਗਲ ਉਮੰਗ ਸੰਗ ਨਾਰੀ ਨਰ, ਰੰਗ ਰੰਗ ਕੌਤਕ ਬਿਲੰਗ ਉਤਸ਼ਾਹੇ ਕੀ। ਨਿਤ ਨਵੇਂ ਹੀ ਮੰਗਲ ਹੁੰਦੇ ਜੀ, ਨਿਤ ਨਵੀਂ ਖੁਸ਼ੀ, ਨਿਤ ਨਵਾਂ ਮੰਗਲ, ਨਿਤ ਨਵੀਂ ਖੁਸ਼ੀ, ਨਵਾਂ ਆਨੰਦ, ਨਵਾਂ ਰਸ ਆਨੰਦਪੁਰ ਵਿੱਚ ਵਰਤਦਾ ਜੀ। ਪਤਾ ਕਿਉਂ ਜੀ? ਕਿਉਂਕਿ ਆਨੰਦਪੁਰ ਵਿੱਚ ਨਾਮ ਦੀ ਸ਼ਕਤੀ ਵਰਤ ਰਹੀ ਹੈ। ਤੇ ਮਹਾਰਾਜ ਬਾਣੀ 'ਚ ਕਹਿੰਦੇ ਸਦ ਖੁਸ਼ੀਆਂ ਕੀਰਤਨ ਜਪ ਨਾਮ। ਆਨੰਦਪੁਰ ਸਾਹਿਬ ਵਿੱਚ ਬੜਾ ਸੁੱਖ ਵਰਤਦਾ ਜੀ। ਹਾਂਜੀ, ਅਧਿਕ ਆਨੰਦਪੁਰ ਭਇਓ ਹੈ ਆਨੰਦਪੁਰ। ਕਹਿਣ ਲੱਗੇ ਲਓ ਜੀ, ਆਨੰਦਪੁਰ ਸਾਹਿਬ ਵਿੱਚ ਤਾਂ ਬਹੁਤਾ ਹੀ ਆਨੰਦ ਵਰਤਣ ਲੱਗ ਪਿਆ ਜੀ। ਹਾਂਜੀ, ਸ਼੍ਰੀ ਗੋਬਿੰਦ ਸਿੰਘ ਜੀ ਬਸਾਇਓ ਬ੍ਰਿੰਦ ਚਾਹੇ ਕੀ। ਹਾਂ, ਕਹਿਣ ਲੱਗੇ ਫਿਰ ਵਸਾਇਆ ਵੀ ਕਿੰਨੇ ਆ? ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਜੇ ਨਾਮ ਆਨੰਦਪੁਰ ਸਾਹਿਬ ਰੱਖਿਆ ਤੇ ਫਿਰ ਆਨੰਦਪੁਰ ਤੇ ਫਿਰ ਹੋਏਗਾ ਹੀ ਨਾ ਜੀ, ਆਨੰਦ ਤੇ ਹੋਏਗਾ ਹੀ ਨਾ ਉੱਥੇ ਜੀ। ਆਨੰਦਪੁਰ ਵਿੱਚ ਲੋਕ ਆਨੰਦ ਲੈਣ ਜਾਂਦੇ ਜੀ। ਤੇ ਹੁਣ ਵੀ ਤੁਸੀਂ ਵੇਖਿਓ ਗੁਰੂ ਦੀ ਬਰਕਤ ਵਰਤਦੀ ਹੈ। ਜਿਹੜਾ ਆਨੰਦਪੁਰੋਂ ਆਇਆ ਹੋਏਗਾ ਨਾ ਜੀ, ਤੁਹਾਨੂੰ ਖੁਸ਼ ਵਿਖੇਗਾ ਜੀ। ਤੇ ਜਦੋਂ ਤੁਸੀਂ ਕਿਸੇ ਨੂੰ ਸਲਾਹ ਮਾਰੋਗੇ ਨਾ ਜੀ ਵੀ ਚੱਲ ਤੁਰ ਆਨੰਦਪੁਰ ਸਾਹਿਬ ਜਾਣਾ, ਤੇ ਸਾਧ ਸੰਗਤ ਜੀ ਉਹ ਮਜਬੂਰੀ ਵਸ ਭਾਵੇਂ ਨਾ ਕਰੇ, ਖੁਸ਼ੀ ਨਾਲ ਬੰਦਾ ਨਾ ਨਹੀਂ ਕਰਦਾ ਜੀ। ਆਨੰਦਪੁਰ ਸਾਹਿਬ ਜਾਣ ਨੂੰ ਬੰਦਾ ਤਿਆਰ ਹੋ ਜਾਂਦਾ ਜੀ। ਸੋਰਠਾ ਬਸੇ ਨਾਰ ਨਰ ਬ੍ਰਿੰਦ, ਲਹਿਓ ਆਨੰਦ ਬਿਲੰਦ ਸਭ। ਕਹਿਣ ਲੱਗੇ ਬਹੁਤ ਸਾਰੇ ਇਸਤਰੀਆਂ ਤੇ ਪੁਰਸ਼ ਆਨੰਦਪੁਰ ਸਾਹਿਬ ਵਿੱਚ ਵਸ ਗਏ। ਉਹਨਾਂ ਨੂੰ ਨਾਮ ਦਾ ਆਨੰਦ ਪ੍ਰਾਪਤ ਹੋਣ ਲੱਗ ਪਿਆ, ਉਹਨਾਂ ਨੂੰ ਗੁਣਾਂ ਦਾ ਆਨੰਦ ਪ੍ਰਾਪਤ ਹੋਣ ਲੱਗ ਪਿਆ। ਦੋਹਾ ਕੀਨ ਮੁਕੰਦ, ਸ਼੍ਰੀ ਮੁਖ ਤੇ ਇਮ ਲਿਖਿਓ ਤਬ। ਕਹਿਣ ਲੱਗੇ ਗੁਰਸਿੱਖੋ, ਦਸਮ ਜੀ ਦੀ ਕਥਾ ਵਿੱਚ, ਵਾਹਿਗੁਰੂ ਸ੍ਰੀ ਦਸਮ ਗ੍ਰੰਥ ਜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਹਰਾ ਲਿਖਿਆ ਇੱਕ। ਹਾਂਜੀ, ਸ਼੍ਰੀ ਮੁਖ ਵਾਕ ਦੋਹਰਾ, ਜੁਧ ਜੀਤ ਆਏ ਜਬ ਟਿਕੇ ਨਾ ਤਿਨ ਪੁਰ ਪਾ। ਮਹਾਰਾਜ ਕਹਿੰਦੇ ਭਾਈ, ਜਦੋਂ ਅਸੀਂ ਇਹ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਦੋਹਰਾ, ਜੁਧ ਜੀਤ ਆਏ ਜਬ ਟਿਕੇ ਨਾ ਤਿਨ ਪੁਰ ਪਾਵ। ਜਦੋਂ ਅਸੀਂ ਪਾਉਂਟਾ ਸਾਹਿਬ ਦਾ ਜੰਗ ਜਿੱਤਿਆ ਤੇ ਫਿਰ ਸਾਡਾ ਉਸ ਜਗ੍ਹਾ ਦੇ ਉੱਤੇ ਪੱਕਾ ਮਹਾਰਾਜ ਕਹਿੰਦੇ ਅਸੀਂ ਨਹੀਂ ਰਹੇ। ਹਾਂਜੀ, ਕਾਹਲੂਰ ਮੈਂ ਬਾਂਧਿਓ ਆਨ ਆਨੰਦਪੁਰ ਗਾਮ। ਤੇ ਮੁੜ ਆ ਕੇ ਆਨੰਦਪੁਰ ਗਾਮ ਬੰਨਿਆ, ਭਾਵ ਮੁੜ ਆ ਕੇ ਆਨੰਦਪੁਰ ਸਾਹਿਬ ਵਸਾਇਆ ਆਪਾਂ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਲਿਖਦੇ ਜੀ, ਆਪ ਮਹਾਰਾਜ ਬਚਨ ਕਰਦੇ ਹਨ। ਹਾਂਜੀ, ਕਬਿਤ ਹਿਰਤ ਸਵੇਰ ਕੋ ਅਰੂਢਤ ਅਖੇਰ ਕੋ, ਅਨੀਕ ਲੈ ਬਡੇਰ ਕੋ ਅਨੇਕ ਗਨ ਬਾਹੀ। ਹੁਣ ਮਹਾਰਾਜ ਕਰਦੇ ਕੀ ਹੈ ਜੀ? ਸਵੇਰ ਹੁੰਦਿਆਂ ਵੇਖ ਕੇ ਨਿਤਨੇਮ ਸੰਪੂਰਨ ਕਰਕੇ ਸਤਿਗੁਰੂ ਸ਼ਿਕਾਰ ਖੇਡਣ ਜਾਂਦੇ ਆ ਜੀ। ਹਾਂਜੀ, ਨਾਲ ਵੱਡੀ ਵਹੀਰ ਨੂੰ ਨਾਲ ਲੈ ਕੇ ਜਾਂਦੇ ਆ। ਜੰਗਲ ਵਿੱਚ ਮਹਾਰਾਜ ਜਾ ਕੇ ਸੱਚੇ ਪਾਤਸ਼ਾਹ ਜੀ ਆਨੰਦ ਨਾਲ ਵਿਚਰਦੇ ਆ। ਹਾਂਜੀ, ਦੁੰਧਬ ਬਜਤ ਵੱਡੀ ਬੰਬ ਸੋ ਗਜਤ, ਉਤਸ਼ਾਹ ਸੋ ਸਜਤ ਸੁਨ ਸੂਰਮਾ ਉਮਾਹੀ। ਬੜਾ ਸੋਹਣਾ ਰਣਜੀਤ ਨਗਾਰਾ ਵੱਜਦਾ, ਬੜਾ ਉਤਸ਼ਾਹ ਪੈਦਾ ਹੁੰਦਾ। ਤੇ ਸਾਧ ਸੰਗਤ ਜੀ ਸੁਣ ਸੁਣ ਕੇ ਨਾ ਸਿੱਖ ਚਾਅ ਵਿੱਚ ਭਰੇ ਜਾਂਦੇ ਜੀ। ਆਖੋ ਵਾਹਿਗੁਰੂ। ਚਾਅ ਵਿੱਚ ਭਰੇ ਜਾਂਦੇ ਜੀ। ਹਾਂਜੀ, ਚੀਤੇ ਅਰ ਬਾਜ ਸਵਨ ਸ਼ਿਕਰੇ ਲੈ ਸੰਗ ਘਨੇ, ਹਨੇ ਮ੍ਰਿਗ ਸਸੇ ਕੋਨ ਜਾਣਨ ਨਾ ਤਾਹੇ ਕੀ। ਬੜੇ ਚੀਤੇ ਵੀ ਮਹਾਰਾਜ ਨੇ ਰੱਖੇ ਹੋਏ ਹੈਗੇ ਜੀ। ਹਾਂਜੀ, ਆ ਮਾੜੇ ਮੋਟੇ ਜਿਹੇ ਬੰਦੇ ਕੁੱਤੇ ਤੇ ਲਈ ਫਿਰਦੇ ਜੀ ਘਰਾਂ 'ਚ, ਮਹਾਰਾਜ ਨੇ ਚੀਤੇ ਵੀ ਪਾਲੇ ਹੋਏ ਹੈਗੇ ਜੀ। ਹਾਂਜੀ, ਚੀਤੇ, ਬਾਜ, ਕੁੱਤੇ, ਸ਼ਿਕਰੇ, ਹੋਰ ਮਹਾਰਾਜ ਹਿਰਣ, ਕਈ ਜਾਨਵਰ ਸਤਿਗੁਰੂ ਜੀ ਨੇ ਪਾਲੇ ਸਨ। ਹਾਂਜੀ, ਦੁਜਨ ਕੀ ਛਾਤੀ ਦਰ ਸੱਜਣ ਕੁਮੋਦ ਕਰ, ਚੋਰ ਠੱਗ ਪ੍ਰਾਨ ਹਰ ਨੀਰ ਨਿਰਵਾਹੀ। ਕਹਿਣ ਲੱਗੇ ਦੁਸ਼ਟਾਂ ਦੀਆਂ ਛਾਤੀਆਂ ਦੁਖੀ ਹੋ ਜਾਂਦੀਆਂ ਜੀ,
ਭਾਵ ਦੁਸ਼ਟ ਲੋਕ ਤੇ ਦੁਖੀ ਹੋ ਜਾਂਦੇ, ਪਰ ਸਾਧ ਸੰਗਤ ਜੀ ਜਿਹੜੇ ਸਿੱਖ ਸਨ ਨਾ ਉਹ ਬੜੇ ਖੁਸ਼ ਹੁੰਦੇ ਜੀ। ਆਖੋ ਸ੍ਰੀ ਵਾਹਿਗੁਰੂ। ਬੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਵੱਧ ਗਿਆ ਜੀ, ਬਹੁਤ ਜਸ ਵੱਧ ਗਿਆ। ਆਸੇ ਪਾਸੇ ਖਬਰਾਂ ਫੈਲ ਗਈਆਂ, ਆਨੰਦਪੁਰ ਤਾਂ ਮੁੜ ਆਬਾਦ ਹੋ ਗਿਆ ਜੀ। ਹਾਂਜੀ। ਸੁਨੈ ਭੀਮ ਚੰਦ ਗਨ ਸੈਲ ਕੋ ਨਰਿੰਦ ਮਹਾ, ਪ੍ਰਭ ਕੋ ਬਿਲੰਦ ਜਨ ਧਾਰੇ ਮੁਖ ਮੌਨ ਕੋ। ਹੁਣ ਭੀਮ ਚੰਦ ਰੋਜ਼ ਆਏ ਦਿਨ ਗੱਲਾਂ ਸੁਣਦਾ ਜੀ। ਉਹ ਵੀ ਕਹਿਲੂਰ ਚ ਆ ਗਿਆ, ਤੇ ਕਹਿਲੂਰ ਦੀ ਸਾਰੀ ਰਿਆਸਤ ਹੈਗੀ ਆਨੰਦਪੁਰ ਸਾਹਿਬ। ਉਹ ਵੀ ਵਾਪਸ ਆ ਗਿਆ, ਤੇ ਭੀਮ ਚੰਦ ਮਹਾਰਾਜ ਦਾ ਜਿਉਂ-ਜਿਉਂ ਜਸ ਸੁਣਦਾ ਨਾ, ਸੁਣਦਾ ਵੀ ਮਹਾਰਾਜ ਦਾ ਤੇ ਪ੍ਰਤਾਪ ਹੀ ਬੜਾ ਵੱਡਾ ਹੋ ਗਿਆ। ਤੇ ਭੀਮ ਚੰਦ ਨਾ ਵਿਚਾਰਾ ਹੁਣ ਕਰ ਤੇ ਕੁਝ ਸਕਦਾ ਨਹੀਂ ਸੀਗਾ ਜੀ, ਤੇ ਚੁੱਪ ਹੀ ਬੈਠਾ ਰਹਿੰਦਾ ਜੀ, ਕੋਈ ਗੱਲ ਨਹੀਂ ਕਰ ਸਕਦਾ ਸੀ ਅੱਗੋਂ। ਹਾਂਜੀ। ਪ੍ਰਜਾ ਦੁਖ ਪਾਵੇ ਬਾਰ ਬਾਰ ਹੀ ਸੁਨਾਵੇ ਕੂਕ। ਉਹ ਜਦੋਂ ਬਾਰ-ਬਾਰ ਦੱਸਣ ਨਾ, ਬਾਰ-ਬਾਰ ਦੱਸਣ ਵੀ ਭਾਈ ਮਹਾਰਾਜ ਦਾ ਤੇ ਜਸ ਹੀ ਬੜਾ ਵੱਧ ਗਿਆ, ਉਹ ਤੇ ਆਨੰਦਪੁਰ 'ਚ ਬੜੇ ਲੋਕ ਆ ਕੇ ਰਹਿਣ ਲੱਗ ਪਏ, ਤੇ ਭੀਮ ਚੰਦ ਬੜਾ ਦੁਖੀ ਹੋਇਆ ਕਰੇ ਜੀ। ਹਾਂਜੀ। ਕਿਉਂ ਨਾ ਸੁਨੈ ਭੂਪ ਕੀਨ ਦੇਸ਼ ਨਿਆਏ ਆਉਣ ਕੋ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸਾਧ ਸੰਗਤ ਜੀ ਸਾਰੇ ਕਹਿੰਦੇ ਆ ਵੀ ਮਹਾਰਾਜ ਦੀ ਨਗਰੀ ਵਿੱਚ ਸੁੱਖ ਬੜਾ, ਮਹਾਰਾਜ ਨਿਆਂ ਬੜਾ ਸੋਹਣਾ ਕਰਦੇ ਆ। ਭੀਮ ਚੰਦ ਦੁਖੀ ਹੁੰਦਾ ਰਹਿੰਦਾ ਜੀ। ਹਾਂਜੀ। ਹਿਰਦੇ ਪਛਤਾਏ ਕਛ ਬਸ ਨਾ ਬਸਾਏ ਜਬ, ਬਲ ਕੋ ਵਿਚਾਰੇ ਸਤ ਗੁਰੂ ਉਰ ਭਉਨ ਕੋ। ਹੁਣ ਭੀਮ ਚੰਦ ਚਾਹੁੰਦਾ ਵੀ ਮਹਾਰਾਜ ਨੂੰ ਮੈਂ ਦਬਾ ਲਵਾਂ, ਪਰ ਜਦੋਂ ਸ਼ਕਤੀ ਵੇਂਦਾ ਨਾ ਮਹਾਰਾਜ ਦੀ, ਜਦੋਂ ਸਤਿਗੁਰਾਂ ਦਾ ਬਲ ਵੇਖਦਾ, ਚੁੱਪ ਹੋ ਕੇ ਬਹਿ ਜਾਂਦਾ, ਫਿਰ ਉਹਦਾ ਵਸ ਨਹੀਂ ਚੱਲਦਾ, ਵਸ ਨਹੀਂ ਚੱਲਦਾ। ਫਿਰ ਕਹਿੰਦਾ ਵੀ ਹੁਣ ਦੱਸੋ ਮੈਂ ਕੀ ਕਰਾਂ। ਹਾਂਜੀ। ਫਤਿਹ ਸ਼ਾਹ ਸੰਗ ਜਨ ਕੀਨੋ ਅੰਗ ਭੰਗ ਭੱਟ, ਅਵਨੀ ਸੋ ਰੰਗ ਰੰਗ ਕੀਨ ਥਲ ਤੌਨ ਕੋ। ਫਿਰ ਫੁਰਨਾ ਬਣਾਉਂਦਾ ਵੀ ਜੰਗ ਕਰਾਂ, ਪਰ ਜਦੋਂ ਜੰਗ ਦਾ ਫੁਰਨਾ ਬਣਾਉਂਦਾ ਤੇ ਭੰਗਾਣੀ ਦਾ ਚੇਤਾ ਆ ਜਾਂਦਾ ਵੀ ਫਤਿਹ ਸ਼ਾਹ ਨੂੰ ਕਿਵੇਂ ਭਜਾਇਆ ਸੀ, ਧਰਤੀ ਲਾਲ ਕਰ ਦਿੱਤੀ ਸੀਗੀ ਇਹਨਾਂ ਨੇ, ਤੇ ਫਤਿਹ ਸ਼ਾਹ ਨੂੰ ਕਿਵੇਂ ਭਜਾਇਆ ਸੀ ਇਹਨਾਂ, ਉਹ ਹਾਲ ਮੇਰਾ ਕਰਨਗੇ। ਹਾਂਜੀ। ਹੋਏ ਮਨ ਭੀਰ ਕੋ ਹਕਾਇਓ ਹੈ ਵਜ਼ੀਰ ਕੋ। ਪਰ ਹੁਣ ਮਨ ਵਿੱਚ ਪੀੜ ਬੜੀ ਹੁੰਦੀ ਜੀ, ਇਹ ਨਾ ਈਰਖਾ ਇੱਕ ਵਿਸ਼ਾ ਹੀ ਇਹੋ ਜਿਹਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਜਿਹਦੇ ਨਾਲ ਸੰਗਤ ਜੀ ਮਨ ਵਿੱਚ ਈਰਖਾ ਹੁੰਦੀ ਹੈ ਨਾ, ਉਹਦੀ ਸਿਫਤ ਨਹੀਂ ਤੇ ਸੁਣੀ ਜਾਂਦੀ, ਹੁੰਦਾ ਵਾ ਵੀ ਇਹਦੀ ਸਿਫਤ ਕਿਉਂ ਹੋ ਰਹੀ ਹੈ। ਮਨ ਵਿੱਚ ਪੀੜ ਬੜੀ ਹੁੰਦੀ ਹੈ, ਤੇ ਭੀਮ ਚੰਦ ਨੇ ਆਪਣਾ ਵਜ਼ੀਰ ਸੱਦਿਆ। ਬਿਠਾਏ ਕਰ ਤੀਰ ਵੀਰ ਆਪਨੇ ਬੁਲਾਏ ਔਰ। ਵਜ਼ੀਰ ਨੂੰ ਵੀ ਆਪਣੇ ਲਾਗੇ ਬਿਠਾ ਲਿਆ, ਹੋਰ ਯੋਧਿਆਂ ਨੂੰ, ਸੂਰਮਿਆਂ ਨੂੰ, ਸੂਰਬੀਰਾਂ ਨੂੰ ਭੀਮ ਚੰਦ ਨੇ ਆਪਣੇ ਲਾਗੇ ਬਿਠਾ ਲਿਆ। ਬੂਝਿਓ ਸਭ ਸੰਗ ਅਬ ਕਰੇ ਕੌਣ ਢੰਗ, ਕਹੋ ਪ੍ਰਜਾ ਸੁਖ ਭੰਗ ਭਇਓ ਆਪਣੀ ਸਗਲ ਠੌਰ। ਕਹਿਣ ਲੱਗਾ ਵੀ ਦੱਸੋ ਹੁਣ ਕੀ ਕਰੀਏ, ਹੁਣ ਕਿਹੜਾ ਤਰੀਕਾ ਵਰਤੀਏ, ਪ੍ਰਜਾ ਤੇ ਉਹਨਾਂ ਦੇ ਗੁਣ ਗਾਉਂਦੀ ਹੈ, ਹੁਣ ਆਪਾਂ ਕੀ ਕਰੀਏ। ਥਾਂ ਆਪਣੀ ਹੈ, ਪਰ ਲੋਕ ਆਪਣੀ ਵਾਲੇ ਵੀ ਉਹਨਾਂ ਦਾ ਜਸ ਗਾਉਂਦੇ ਆ। ਹਾਂਜੀ। ਜੰਗ ਹੂ ਨਾ ਬਨੈ ਰਸ ਰੰਗ ਹੂ ਨਾ ਬਨੈ। ਕਹਿਣ ਲੱਗਾ ਜੰਗ ਹੂ ਨਾ ਬਨੈ, ਦੱਸੋ ਕੀ ਕਰੀਏ। ਜੇ ਜੰਗ ਕਰਨ ਦਾ ਜੀ ਕਰਦਾ ਤੇ ਜੰਗ ਗੁਰੂ ਨਾਲ ਹੋ ਨਹੀਂ ਸਕਦੀ। ਕਿਉਂ? ਕਿਉਂਕਿ ਯੋਧੇ ਬੜੇ ਵੱਡੇ, ਤੇ ਰਸ ਰੰਗ ਹੂ ਨਾ ਬਨੈ, ਪਿਆਰ ਵੀ ਨਹੀਂ ਰਹਿ ਸਕਦਾ, ਨਾ ਹੀ ਲੜ ਸਕਦੇ ਆ, ਨਾ ਸਾਡਾ ਪਿਆਰ ਬਣ ਸਕਦਾ ਹੈ। ਕੁਛ ਮੌਨ ਹੂ ਨਾ ਬਨੈ ਨਿਤ ਮਾਚਤ ਅਧਿਕ ਰੌਰ। ਕੁਛ ਮੌਨ ਹੂ ਨਾ ਬਨੈ, ਤੇ ਜੇ ਚੁੱਪ ਕਰਕੇ ਬੈਠੇ ਰਹੀਏ ਵੀ ਚੰਗਾ ਨਹੀਂ ਹੈ। ਵੇਖੋ, ਨਾ ਬੋਲਣ ਜੋਗੇ, ਨਾ ਜੰਗ ਕਰਨ ਜੋਗੇ, ਤੇ ਨਾ ਸਲਾਹ ਕਰਨ ਜੋਗੇ ਜੀ। ਹਾਂਜੀ। ਕਹਿੰਦਾ ਨਿਤ ਮਾਚਤ ਅਧਿਕ ਰੌਰ, ਇਹ ਤਾਂ ਦਿਨੋਂ ਦਿਨ ਰੌਲਾ ਵਧੀ ਜਾਏਗਾ। ਹਾਂਜੀ।
ਕਹੋ ਕਹਾਂ ਕਰੈ ਜਿਉ ਕਲੇਸ਼ਨ ਕੋ ਹਰੈ ਅਬ। ਹੁਣ ਦੱਸੋ ਕਰੀਏ ਕੀ ਕਹਿਣ ਲੱਗਾ। ਇਹ ਜਿਹੜਾ ਵੱਧ ਰਿਹਾ ਪ੍ਰਤਾਪ ਹੈ ਇਹਨੂੰ ਰੋਕੀਏ ਕਿਵੇਂ। ਕਹਾਂ ਲਗ ਡਰੈ ਹੇਰ ਸੋਢੀ ਬੰਸ ਸੀਸ ਮੋਰ। ਕਹਿਣ ਲੱਗਾ ਇਹ ਸੋਢੀਆਂ ਦੇ ਸ਼੍ਰੋਮਣੀ ਗੁਰੂ ਜੀ ਕੋਲੋਂ ਕਿੰਨਾ ਕੁ ਚਿਰ ਡਰਦੇ ਰਵਾਂਗੇ ਵੀ ਨਾ ਜੰਗ ਕਰਨ ਜੋਗੇ, ਨਾ ਸਲਾਹ ਕਰਨ ਜੋਗੇ, ਨਾ ਚੁੱਪ ਰਹਿਣ ਜੋਗੇ। ਦੱਸੋ ਆਪਾਂ ਕਰੀਏ ਕੀ। ਕਹਿਣ ਲੱਗਾ ਹਾਂਜੀ। ਸੁਨ ਕੈ ਵਜ਼ੀਰ ਬੈਠਿਓ ਧੀਰ ਦੀਨ ਧੀਰ ਔਰ। ਵਜ਼ੀਰ ਲਾਗੇ ਬੈਠਾ ਸੀ। ਭੀਮ ਚੰਦ ਦੀਆਂ ਗੱਲਾਂ ਸੁਣ ਕੇ ਵਜ਼ੀਰ ਧੀਰਜ ਦਿੰਦਾ ਜੀ। ਇਹ ਜਿਹੜੇ ਵਜ਼ੀਰ ਲੋਕ ਹੁੰਦੇ ਇਹਨਾਂ ਕੋਲ ਗੱਲਾਂ ਬੜੀਆਂ ਹੁੰਦੀਆਂ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਵਜ਼ੀਰਾਂ ਕੋਲ ਗੱਲਾਂ ਬੜੀਆਂ ਹੁੰਦੀਆਂ ਜੀ। ਵਜ਼ੀਰ ਨਾ ਧੀਰਜ ਦਿੰਦਾ, ਕਹਿੰਦਾ ਰਾਜਾ ਜੀ ਕੋਈ ਗੱਲ ਨਹੀਂ। ਹਾਂਜੀ। ਤਾ ਜੋ ਬਹੁ ਪੀਰ ਗੁਰ ਪੀਰਨ ਕੇ ਪੀਰ ਜਾਨ। ਕਹਿਣ ਲੱਗਾ ਦੁਖੀ ਕਿਉਂ ਹੁੰਦੇ ਹੋ, ਆਪਣੀ ਪੀੜ ਛੱਡ ਦਿਓ ਤੇ ਗੁਰੂ ਸਾਹਿਬ ਨੂੰ ਪੀਰ ਨਹੀਂ ਪੀਰਾਂ ਦਾ ਪੀਰ ਮੰਨ ਲਓ। ਪੀਰਾਂ ਦਾ ਪੀਰ ਮੰਨ ਲਓ ਗੁਰੂ ਗੋਬਿੰਦ ਸਿੰਘ ਜੀ ਨੂੰ। ਹਾਂਜੀ। ਮਿਲਨ ਭਲੇਰੋ ਅਬ ਨੀਕੋ ਮਤ ਮੇਰੋ ਸ਼ੁਭ। ਹੁਣ ਮੇਰੇ ਖਿਆਲ ਵਿੱਚ ਤਾਂ ਇਹ ਹੈ ਵੀ ਗੁਰੂ ਜੀ ਨਾਲ ਮੇਲ ਕਰ ਲੈਣਾ ਚਾਹੀਦਾ। ਤੁਹਾਨੂੰ ਮੇਲ ਕਰ ਲੈਣਾ ਚਾਹੀਦਾ। ਹਾਂਜੀ। ਪ੍ਰਭੂ ਕੇ ਦਰਸ ਹੇਰੋ ਚਲੋ ਚਿਤ ਚਿੰਤਹਾਨ। ਚਲੋ ਚਿੰਤਾਵਾਂ ਛੱਡੋ, ਮੇਰੇ ਨਾਲ ਚੱਲੋ ਤੇ ਮਹਾਰਾਜ ਦੇ ਦਰਸ਼ਨ ਕਰੋ ਜਾ ਕੇ। ਹਾਂਜੀ। ਸੁਖ ਨਾ ਬਖੇਰੇ ਬੀਚ ਦੁਖੀ ਹੋਏ ਊਚ ਨੀਚ। ਐਵੇਂ ਲੜਾਈ ਵਿੱਚ ਕਿਹੜਾ ਸੁੱਖ ਹੈਗਾ। ਕਹਿਣ ਲੱਗੇ ਕਦੀ ਉੱਚੇ ਨੀਵੇਂ 100 ਤਰ੍ਹਾਂ ਦੀਆਂ ਗੱਲਾਂ ਹੋਣੀਆਂ, ਆਪਾਂ ਮਹਾਰਾਜ ਨਾਲ ਕਿਉਂ ਲੜਨਾ। ਕਹਿਣ ਲੱਗਾ ਨੇਹ ਨੀਰ ਸੀਂਚ ਵਦੈ ਮੋਦ ਤਰ ਲੈ ਮਹਾਨ। ਕਹਿਣ ਲੱਗੇ ਮਿੱਤਰਤਾ ਦਾ ਬੂਟਾ ਲਾਈਏ ਤੇ ਮਿੱਤਰਤਾ ਦਾ ਬੂਟਾ ਪਿਆਰ ਨਾਲ ਵੱਧਦਾ ਜੀ। ਉਹਨੂੰ ਪਿਆਰ ਦਾ ਪਾਣੀ ਪੈਂਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਿੰਨਾ ਕੋਈ ਪਿਆਰ ਦਾ ਪਾਣੀ ਪਾਉਂਦਾ ਮਿੱਤਰਤਾ ਦਾ ਬੂਟਾ ਓਨਾ ਵੱਡਾ ਹੋਈ ਜਾਂਦਾ ਸਾਧ ਸੰਗਤ ਜੀ। ਹਾਂਜੀ। ਪ੍ਰਜਾ ਅਰ ਆਪਣੀ ਕਲਿਆਣ ਕੋ ਪਛਾਣ ਕਰ। ਬੈਰ ਤਜ ਦੀਜੀਏ ਨ ਖਿਜੀਏ ਵਿਚਾਰਵਾਂ। ਤੇ ਇਸ ਕਰਕੇ ਕਹਿਣ ਲੱਗਾ ਪ੍ਰਜਾ ਅਰ ਆਪਣੀ ਕਲਿਆਣ ਕੋ ਪਛਾਣ ਕਰ। ਰਾਜਾ ਜੀ ਤੁਹਾਡਾ ਵੀ ਭਲਾ ਇਹਦੇ ਵਿੱਚ ਹੈ ਤੇ ਨਗਰ ਦੇ ਲੋਕਾਂ ਦਾ ਵੀ ਭਲਾ ਇਹਦੇ ਵਿੱਚ ਹੈ। ਬੈਰ ਤਜ ਦੀਜੀਏ ਨ ਖਿਜੀਏ ਵਿਚਾਰਵਾਂ। ਬੇ ਵੈਰ ਛੱਡ ਦਈਏ, ਵੈਰ ਮਨ ਚੋਂ ਕੱਢ ਦਈਏ ਤੇ ਖਿਜਿਆ ਨਾ ਕਰੋ। ਮਹਾਰਾਜ ਦਾ ਜਸ ਸੁਣ ਕੇ ਖਿਜਿਆ ਨਾ ਕਰੋ। ਇਹ ਭਾਵ ਰੱਖਿਆ ਕਰੋ ਵੀ ਉਹ ਪੀਰਾਂ ਦੇ ਪੀਰ ਨੇ। ਖਿਜਿਆ ਨਾ ਕਰੋ। ਮਹਾਰਾਜ ਦਾ ਜਸ ਸੁਣ ਕੇ ਇਹ ਆਪਣੇ ਮਨ ਵਿੱਚ ਵਿਚਾਰ ਕਰ ਲਓ। ਚੇਤਾ ਰੱਖਿਓ ਈਰਖਾ ਜਿਹੜੀ ਹੈ ਨਾ ਧਾਰਮਿਕ ਬੰਦੇ ਦੀ ਤਰੱਕੀ ਵਿੱਚ ਬੜਾ ਵੱਡਾ ਰੋੜਾ ਹੈ। ਸੰਸਾਰਕ ਦੀ ਨਹੀਂ ਮੈਂ ਗੱਲ ਕਰਦਾ, ਧਾਰਮਿਕ। ਕਿਉਂਕਿ ਤੁਸੀਂ ਨਾਮ ਜਪਣ ਵਾਲੇ, ਕਥਾ ਸੁਣਨ ਵਾਲੇ, ਰੱਬ ਦੇ ਪਿਆਰੇ ਬੈਠੇ ਆ। ਜੇ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋ ਗਈ, ਈਰਖਾ ਸ਼ੁਰੂ ਹੋ ਗਈ ਜੀ, ਇਹਨੇ ਤੁਹਾਡੇ ਮਨ ਨੂੰ ਬੜਾ ਹੀ ਪਰੇਸ਼ਾਨ ਕਰਨਾ ਜੀ। ਤੁਸੀਂ ਪਾਠ ਵੀ ਕਰੋ, ਨਿਤਨੇਮ ਵੀ ਕਰੋ, ਤੁਹਾਡਾ ਧਿਆਨ ਪਾਠ ਤੇ ਨਿਤਨੇਮ 'ਚ ਨਹੀਂ ਹੋਣਾ ਜੀ। ਤੁਹਾਡਾ ਧਿਆਨ ਉਹਦੇ ਵੱਲ ਰਹਿਣਾ ਜਿਹਦੇ ਨਾਲ ਤੁਹਾਡੀ ਈਰਖਾ ਹੈ। ਇਸ ਕਰਕੇ ਮੈਂ ਇੱਕ ਗੁਰਮੁਖ ਦਾ ਜੀਵਨ ਦੇਖਿਆ। ਉਹਦੀ ਕਿਸੇ ਨਾਲ ਨਾ ਜੀ ਗੱਲਾਂ ਗੱਲਾਂ ਵਿੱਚ ਤੂੰ ਮੈਂ ਹੋ ਗਏ ਜੀ। ਦੋਵੇਂ ਜਣੇ ਆਪਸ 'ਚ ਬਹਿਸ ਪਏ, ਖਿੱਝ ਪਏ। ਇੱਕ ਨਾਮ ਜਪਣ ਵਾਲਾ ਸੀ, ਦੂਜਾ ਖਾਲੀ ਭਾਂਡਾ ਸੀਗਾ ਜੀ। ਜਿਹੜਾ ਨਾਮ ਜਪਣ ਵਾਲਾ ਸੀ ਨਾ ਉਹ ਸ਼ਾਮ ਨੂੰ ਗਿਆ, ਉਹਨੇ ਉਹਦੇ ਅੱਗੇ ਹੱਥ ਜੋੜੇ, ਕਹਿੰਦਾ ਭਰਾਵਾ ਮੈਨੂੰ ਮਾਫ ਕਰ ਦੇ, ਜਦੋਂ ਦਾ ਮੈਂ ਤੇਰੇ ਨਾਲ ਲੜਿਆ ਮੇਰਾ ਆਪਣੇ ਨਿਤਨੇਮ 'ਚ ਧਿਆਨ ਨਹੀਂ ਲੱਗ ਰਿਹਾ, ਮੈਨੂੰ ਮਾਫ ਕਰ ਦੇ, ਮੇਰੇ ਕੋਲੋਂ ਅਜੇ ਕਿ ਉਹਦੀ ਗਲਤੀ ਨਹੀਂ ਸੀ ਹੈਗੀ ਜੀ, ਪਰ ਇਹ ਉਹਨੇ ਆਪਣੇ ਸੁੱਖ ਲਈ ਕੀਤਾ ਜੀ, ਆਪਣੇ ਸੁੱਖ ਲਈ ਜੀ।
ਇਸ ਕਰਕੇ ਉਹ ਕਹਿਣ ਡਿਆ, ਕਹਿੰਦਾ ਈਰਖਾ 'ਚ ਕੀ ਪਿਆ। ਗੁਰੂ ਰਾਮਦਾਸ ਜੀ ਦੇ ਬਚਨ ਸੁਣ ਲਓ, ਫਿਰ ਸਮਾਪਤੀ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਈਰਖਾ ਮਨ 'ਚ ਰੱਖ ਲਈ, ਪਰਾਈ ਤਾਤ ਰੱਖ ਲਈ। ਮੈਂ ਨਹੀਂ ਕਹਿਣ ਡਿਆ, ਗੁਰੂ ਰਾਮਦਾਸ ਕਹਿ ਰਹੇ ਆ, ਜਿਸ ਬੰਦੇ ਦੇ ਅੰਦਰ ਕਿਸੇ ਦੇ ਪਰਥਾਏ ਮਾੜਾ ਫੁਰਨਾ ਈਰਖਾ ਵਸ ਬਣ ਰਿਹਾ, ਉਹਦਾ ਕਦੀ ਵੀ ਭਲਾ ਨਹੀਂ ਹੋ ਸਕਦਾ ਜੀ। ਉਸ ਦਾ ਆਖਿਆ ਕੋਈ ਨਾ ਲੱਗਾ, ਨਿਤ ਉਜਾੜੀ ਪੁਕਾਰੇ ਖਲਾ। ਉਹਦੇ ਆਖੇ ਨਹੀਂ ਕੋਈ ਲੱਗੇਗਾ। ਉਸ ਦਾ ਆਖਿਆ ਕੋਈ ਨਾ, ਉਹ ਕਹੇ ਵੀ ਚਲੋ ਉੱਥੇ ਮੇਰੇ ਨਾਲ ਚੱਲੋ, 4 ਬੰਦਿਆਂ 'ਚ ਗੱਲ ਕਰੋ, ਕਿਸੇ ਨੇ ਨਹੀਂ ਕਰਨੀ, ਕੱਲਾ ਹੀ ਰਹਿ ਜਾਏਗਾ। ਮਹਾਰਾਜ ਕਹਿੰਦੇ ਕੱਲਾ ਰਹਿ ਜਾਏਗਾ। ਨਿਤ ਉਜਾੜੀ ਪੁਕਾਰੇ ਖਲਾ, ਉਹਦੇ ਅੰਦਰ ਚੱਲਦਾ ਕੀ ਰਹਿੰਦਾ ਜੀ? ਚੁਗਲੀ ਚੱਲਦੀ ਰਹਿੰਦੀ ਜੀ। ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਭੀਮ ਚੰਦ ਨੂੰ ਵਜ਼ੀਰ ਸਮਝਾਉਂਦਾ ਵੀ ਵੈਰ ਛੱਡ ਦਿਓ ਮਹਾਰਾਜ ਨਾ, ਮਹਾਰਾਜ ਦੇ ਅੱਗੇ ਝੁੱਕ ਪਾਓ ਜਾ ਕੇ। ਹੁਣ ਵੇਖੋ ਭੀਮ ਚੰਦ ਮੰਨਦਾ ਕਿ ਨਹੀਂ ਮੰਨਦਾ ਜੀ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਜਪੋ ਜੀ ਨਾਮ, ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਤੇ ਸਾਧ ਸੰਗਤ ਜੀ ਅਗਲੇਰਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।